20ਵੀਂ ਸਦੀ ਦੇ ਸ਼ੁਰੂਆਤ ਵਿੱਚ ਲੰਡਨ ਵਿੱਚ ਪੜ ਰਹੇ ਕਈ ਭਾਰਤੀ ਵਿਦਿਆਰਥੀਆਂ ਦੇ ਵਿਚਾਲੇ ਕ੍ਰੋਧ ਅਤੇ ਨਫ਼ਰਤ ਦੀਆਂ ਭਾਵਨਾਵਾਂ ਸਿਖਰ ਤੇ ਪਹੁੰਚ ਚੁੱਕੀਆਂ ਸਨ ਤੇ ਸਹੀ ਸਮੇਂ ਤੇ ਵਿਸਫੋਟਕ ਰੂਪ ਲੈਣ ਵਾਲੀਆਂ ਸਨ। 1 ਜੁਲਾਈ 1909 ਨੂੰ ਸ਼ਾਮ ਦੇ ਕਰੀਬ 8 ਵਜੇ ਲੰਡਨ ਦੇ ਬੇਸਵਾਟਰ ਖੇਤਰ ਦੇ 106 ਲੈਡਬਰੀ ਰੋਡ ਲੌਜਿੰਗ ਹਾਊਸ ਦੀ ਪਹਿਲੀ ਮੰਜ਼ਿਲ ਦੇ ਆਪਣੇ ਕਮਰੇ ਤੋਂ ਇੱਕ ਨੌਜਵਾਨ ਅਤੇ ਆਕਰਸ਼ਕ ਸ਼ਖਸੀਅਤ ਵਾਲਾ ਭਾਰਤੀ ਵਿਦਿਆਰਥੀ ਨਿਕਲਿਆ। ਉਸ ਸਮੇਂ ਲੰਡਨ ਵਿੱਚ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਬ੍ਰਿਟਿਸ਼ ਅਤੇ ਭਾਰਤੀਆਂ ਦੇ ਵਿਚਾਲੇ ਗੱਲਬਾਤ ਨੂੰ ਵਧਾਉਣ ਲਈ ਨਿਯਮਿਤ ਦਾਵਤਾਂ ਦਾ ਪ੍ਰਬੰਧ ਕਰ ਰਹੇ ਸੀ। ਇਸੇ ਤਰ੍ਹਾਂ ਹੀ ਇੱਕ ਦਾਵਤ ਦਾ ਪ੍ਰਬੰਧ ਦੱਖਣੀ ਕੈਂਸਿੰਗਟਨ ਦੇ ਇੰਪੀਰੀਅਲ ਇੰਸਟੀਚਿਊਟ ਸਥਿਤ ਜਹਾਂਗੀਰ ਹਾਲ ਵਿੱਚ ਵੀ ਹੋਣ ਵਾਲਾ ਸੀ। NIA ਦੀ ਮਹਾਸਚਿਵ ਮਿਸ ਬੈਕ ਨੇ ਕਰੀਬ 9:30 ਵਜੇ ਇੱਕ ਯੁਵਾ ਭਾਰਤੀ ਵਿਦਿਆਰਥੀ ਦੇ ਆਉਣ ਤੇ ਉਸ ਦਾ ਸਵਾਗਤ ਕੀਤਾ, ਕਿਉਂਕਿ ਉਹ ਦਾਵਤ ਵਿੱਚ ਕਈ ਲੋਕਾਂ ਨੂੰ ਜਾਣਦਾ ਸੀ। ਇਸ ਲਈ ਉਸਨੇ ਮਿਸ ਬੈਕ ਨੂੰ ਕਿਹਾ ਕਿ ਉਹ ਉਹਨਾਂ ਨਾਲ ਮਿਲਣਾ ਚਾਹੁੰਦਾ ਹੈ। ਇਹ ਕਹਿ ਕੇ ਉਹ ਬਾਕੀ ਲੋਕਾਂ ਨਾਲ ਮਿਲਣ ਲੱਗ ਗਿਆ। ਸਹੀ ਮੌਕੇ ਦੀ ਭਾਲ ਵਿੱਚ ਇਹ ਯੁਵਾ ਵਿਦਿਆਰਥੀ ਪੂਰੀ ਤਰ੍ਹਾਂ ਆਤਮ ਵਿਸ਼ਵਾਸ ਦੇ ਨਾਲ ਉੱਥੇ ਮੌਜੂਦ ਰਿਹਾ। ਰਾਤ ਕਰੀਬ 11 ਵਜੇ NIA ਦੇ ਸਿਆਸੀ ਸਲਾਹਕਾਰ ਸਰ ਵਿਲੀਅਮ ਹਟ ਕਰਜ਼ਨ ਵਾਈਲੀ ਜਹਾਂਗੀਰ ਹਾਲ ਪਹੁੰਚੇ। ਚਿਹਰੇ ਤੇ ਮੁਸਕਾਨ ਰੱਖ ਕੇ ਉਹ ਕਈ ਭਾਰਤੀ ਵਿਦਿਆਰਥੀਆਂ ਨਾਲ ਮਿਲੇ ਤੇ ਫਿਰ ਉਹ ਨੌਜਵਾਨ ਵਿਦਿਆਰਥੀ ਨਾਲ ਵੀ ਗੱਲ ਕਰਨ ਵਿੱਚ ਰੁੱਝ ਗਏ। ਅਚਾਨਕ ਇਸ ਵਿਦਿਆਰਥੀ ਨੇ ਇੱਕ ਛੋਟੀ ਜਿਹੀ ਕੋਲਡ ਪਿਸਟਲ ਕੱਢੀ ਤੇ ਨਜ਼ਦੀਕ ਤੋਂ 4 ਗੋਲੀਆਂ ਕਰਜ਼ਨ ਵਾਈਲੀ ਦੀਆਂ ਅੱਖਾਂ ਵਿੱਚ ਮਾਰ ਦਿੱਤੀਆਂ। ਮੌਕੇ ਤੇ ਹੀ ਕਰਜ਼ਨ ਵਾਈਲੀ ਦੀ ਮੌਤ ਹੋ ਗਈ। ਜਦ ਕਰਜ਼ਨ ਵਾਈਲੀ ਨੂੰ ਬਚਾਉਣ ਲਈ ਸ਼ੰਘਾਈ ਤੋਂ ਆਏ ਡਾਕਟਰ ਲਾਲ ਕਾਕਾ ਨੇ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਵੀ ਗੋਲੀ ਮਾਰ ਦਿੱਤੀ ਗਈ, ਜਿਸ ਤੋਂ ਬਾਅਦ ਨੈਸ਼ਨਲ ਕਲੱਬ ਦੇ ਪੱਤਰਕਾਰ ਅਤੇ ਕਈ ਲੋਕਾਂ ਨੇ ਉਸ ਨੌਜਵਾਨ ਨੂੰ ਫੜ ਕੇ ਇੱਕ ਕੁਰਸੀ ਨਾਲ ਬੰਨ੍ਹ ਦਿੱਤਾ ਤਾਂ ਕਿ ਉਹ ਹੋਰ ਨੁਕਸਾਨ ਨਾ ਕਰ ਸਕੇ। ਝੜਪ ਦੇ ਦੌਰਾਨ ਉਸਦਾ ਸੁਨਹਿਰੀ ਰੰਗ ਦਾ ਚਸ਼ਮਾ ਡਿੱਗ ਗਿਆ। ਨੌਜਵਾਨ ਨੇ ਆਪਣੇ ਕੰਨ ਤੇ ਰੱਖ ਕੇ ਪਿਸਤੌਲ ਚਲਾਈ, ਪਰ ਉਸਦੀ ਪਿਸਤੌਲ ਨਾ ਚੱਲੀ ਕਿਉਂਕਿ ਉਹ ਪਿਸਤੌਲ ਦੀਆਂ ਸਾਰੀਆਂ ਗੋਲੀਆਂ ਤਾਂ ਪਹਿਲਾਂ ਹੀ ਇਸਤੇਮਾਲ ਕਰ ਚੁੱਕਿਆ ਸੀ। ਜਦ ਇਸ ਨੌਜਵਾਨ ਨੂੰ ਇਸ ਅਪਰਾਧ ਦਾ ਕਾਰਨ ਪੁੱਛਿਆ ਗਿਆ ਤਾਂ ਉਸਨੇ ਜਵਾਬ ਦਿੱਤਾ ਕਿ ਰੁਕੋ, ਪਹਿਲਾਂ ਮੈਨੂੰ ਆਪਣਾ ਚਸ਼ਮਾ ਲਾਉਣ ਦਿਓ। ਉਹ ਨੌਜਵਾਨ ਇੱਕਦਮ ਸ਼ਾਂਤ ਅਤੇ ਬੇਖੌਫ ਸੀ। ਡਰਬੀ ਈਵਨਿੰਗ ਟੈਲੀਗ੍ਰਾਫ ਨੇ ਉਸ ਨੌਜਵਾਨ ਦੀ ਇਸ ਖੂਬੀ ਦਾ ਜ਼ਿਕਰ ਉਸ ਉੱਤੇ ਲਿਖੀ ਇੱਕ ਰਿਪੋਰਟ ਵਿੱਚ ਵੀ ਕੀਤਾ ਸੀ। ਉਹ ਨਾ ਸਿਰਫ ਰਿਵਾਲਵਰ ਚਲਾਉਣ ਵਿੱਚ ਕੁਸ਼ਲ ਸੀ, ਬਲਕਿ ਇਸ ਘਟਨਾ ਤੋਂ ਬਾਅਦ ਹਾਲ ਵਿੱਚ ਸਭ ਤੋਂ ਸਥਿਰ ਭਾਵ ਵਾਲਾ ਵੀ ਸੀ ਅਤੇ ਸ਼ਾਂਤੀ ਨਾਲ ਆਪਣੀਆਂ ਐਨਕਾਂ ਬਾਰੇ ਪੁੱਛ ਰਿਹਾ ਸੀ। ਉਸ ਨੌਜਵਾਨ ਨੂੰ ਕੱਸ ਕੇ ਫੜੇ ਹੋਏ ਕੈਪਟਨ ਚਾਰਲਸ ਰੋਲਸਟਨ ਨੇ ਉਸ ਨੌਜਵਾਨ ਤੋਂ ਉਸਦਾ ਨਾਮ ਪੁੱਛਿਆ ਤਾਂ ਉਸਨੇ ਜ਼ੋਰ ਨਾਲ ਕਿਹਾ, ਮਦਨ ਲਾਲ ਢੀਂਗਰਾ। ਪੁਲਿਸ ਤੁਰੰਤ ਹੀ ਉੱਥੇ ਪਹੁੰਚ ਗਈ ਤੇ ਢੀਂਗਰਾ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਨੇ ਇਹ ਬਿਆਨ ਦਿੱਤਾ ਕਿ ਮਦਨ ਲਾਲ ਕੋਲ ਖੰਜਰ ਅਤੇ 4 ਚੈਂਬਰ ਵਾਲੇ ਇੱਕ ਰਿਵਾਲਵਰ ਸਮੇਤ ਕਈ ਅਸਲਾ ਵੀ ਸੀ। ਜਦ ਪੁਲਿਸ ਵੱਲੋਂ ਮਦਨ ਲਾਲ ਢੀਂਗਰਾ ਦੀ ਚੈਕਿੰਗ ਕੀਤੀ ਗਈ ਤਾਂ ਪੁਲਿਸ ਨੇ 70 ਕਾਰਤੂਸ ਅਤੇ ਇੱਕ ਮੈਗਜ਼ੀਨ ਵਾਲਾ ਰਿਵਾਲਵਰ ਵੀ ਬਰਾਮਦ ਕੀਤਾ। ਕਰਜ਼ਨ ਵਾਈਲੀ ਵੱਲੋਂ ਢੀਂਗਰਾ ਨੂੰ ਲਿਖਿਆ ਗਿਆ ਇੱਕ ਪੱਤਰ ਵੀ ਉਸੇ ਮੇਜ਼ ਤੇ ਪਿਆ ਸੀ। ਉਸ ਪੱਤਰ ਤੇ 13 ਅਪ੍ਰੈਲ ਦੀ ਤਰੀਕ ਲਿਖੀ ਹੋਈ ਸੀ, ਪਰ ਢੀਂਗਰਾ ਨੇ ਕਰਜ਼ਨ ਵਾਈਲੀ ਦੇ ਭੇਜੇ ਪ੍ਰਸਤਾਵਾਂ ਦਾ ਕੋਈ ਜਵਾਬ ਨਹੀਂ ਦਿੱਤਾ। ਉਹ ਕਰਜ਼ਨ ਵਾਈਲੀ ਨੂੰ ਉਹਨਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਵਾਲੇ ਪ੍ਰਸ਼ਾਸਕ ਦਾ ਪ੍ਰਤੀਕ ਮੰਨਦੇ ਸੀ। ਫਿਰ ਤਲਾਸ਼ੀ ਦੌਰਾਨ ਢੀਂਗਰਾ ਦੀ ਨਿਸ਼ਾਨੇਬਾਜ਼ੀ ਦੇ ਅਭਿਆਸ ਦੀ ਡਾਇਰੀ ਵੀ ਬਰਾਮਦ ਹੋਈ। ਢੀਂਗਰਾ ਨੇ ਕਰਜ਼ਨ ਵਾਈਲੀ ਦੀ ਹੱਤਿਆ ਦੀ ਸਾਜ਼ਿਸ਼ ਬਹੁਤ ਹੀ ਮਿਹਨਤ ਨਾਲ ਰਚੀ ਸੀ। 26 ਜਨਵਰੀ 1909 ਨੂੰ ਮਦਨ ਲਾਲ ਨੇ ਬੰਦੂਕ ਦਾ ਲਾਇਸੈਂਸ ਪ੍ਰਾਪਤ ਕੀਤਾ, ਜਿਸ ਤੋਂ ਬਾਅਦ ਰੋਜ਼ਾਨਾ ਅਭਿਆਸ ਕਰਨ ਲਈ ਸ਼ੂਟਿੰਗ ਰੇਂਜ ਜਾਂਦੇ ਸੀ ਅਤੇ ਜਿਸ ਨਾਲ ਮਦਨ ਲਾਲ ਨੇ ਜਲਦੀ ਬੰਦੂਕ ਚਲਾਉਣ ਵਿੱਚ ਮਹਾਰਤ ਹਾਸਲ ਕਰ ਲਈ। ਹੱਤਿਆ ਤੋਂ ਬਾਅਦ ਢੀਂਗਰਾ ਨੂੰ ਮੈਰਲਬੌਰਨ ਪੁਲਿਸ ਸਟੇਸ਼ਨ ਲਿਜਾਇਆ ਗਿਆ ਤੇ ਚਾਰਜ ਸ਼ੀਟ ਦਾਖਲ ਕੀਤੀ ਗਈ। ਉਹਨਾਂ ਤੇ ਲਗਾਏ ਗਏ ਦੋਸ਼ ਪੜ੍ਹ ਕੇ ਸੁਣਾਏ ਗਏ ਤੇ ਮਦਨ ਲਾਲ ਨੇ ਉਹਨਾਂ ਦੋਸ਼ਾਂ ਨੂੰ ਸਵੀਕਾਰ ਵੀ ਕੀਤਾ। 2 ਜੁਲਾਈ ਨੂੰ ਢੀਂਗਰਾ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਗਿਆ। ਹਿਰਾਸਤ ਵਿੱਚ ਸੌਂਪੇ ਜਾਣ ਤੋਂ ਪਹਿਲਾਂ ਉਹਨਾਂ ਨੇ ਜੱਜ ਨੂੰ ਕਿਹਾ ਕਿ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਡਾਕਟਰ ਲਾਲ ਕਾਕਾ ਦੀ ਹੱਤਿਆ ਸੋਚ ਸਮਝ ਕੇ ਨਹੀਂ ਕੀਤੀ ਗਈ। ਜਦ ਉਹਨਾਂ ਨੇ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਪਣੀ ਸੁਰੱਖਿਆ ਲਈ ਗੋਲੀ ਚਲਾਈ ਸੀ। ਇੱਕ ਜੱਜ ਨੇ 1 ਹਫ਼ਤੇ ਦੇ ਲਈ ਕੋਰਟ ਮੁਲਤਵੀ ਕਰ ਦਿੱਤੀ ਅਤੇ ਮਦਨ ਲਾਲ ਢੀਂਗਰਾ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਇਸ ਘਟਨਾ ਨੇ ਲੰਡਨ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪ੍ਰੈਸ ਵਿੱਚ ਕਤਲ ਦੀ ਸੂਚਨਾ ਦਾ ਹੜ੍ਹ ਆ ਗਿਆ। ਸਾਰੇ ਵੱਡੇ ਅਖਬਾਰ ਅਪਰਾਧ ਦੇ ਚਸ਼ਮਦੀਦ ਗਵਾਹਾਂ ਦੇ ਵੇਰਵੇ ਅਤੇ ਬਿਆਨਾਂ ਨਾਲ ਭਰੇ ਹੋਏ ਸਨ। ਢੀਂਗਰਾ ਦੇ ਪਿਤਾ ਸਾਹਿਬ ਦੱਤਾ ਢੀਂਗਰਾ ਨੇ ਲਾਰਡ ਮਾਰਲੇ ਨੂੰ ਇੱਕ ਤਾਰ ਭੇਜ ਕੇ ਸੂਚਿਤ ਕੀਤਾ ਕਿ ਪਰਿਵਾਰ ਨੇ ਪੁੱਤਰ ਨਾਲੋਂ ਸਾਰੇ ਸੰਬੰਧ ਤੋੜ ਲਏ ਨੇ। ਉਹਨਾਂ ਨੇ ਪਾਇਨੀਅਰ ਅਖਬਾਰ ਨੂੰ ਆਪਣੇ ਵੱਲੋਂ ਪਰਿਵਾਰ ਦੇ ਇੱਕ ਸੱਜਣ ਮਿੱਤਰ ਦੀ ਗੈਰ ਹਾਜ਼ਰੀ ਵਿੱਚ ਇਸ ਘਿਨੌਣੀ ਕਾਰਵਾਈ ਦੀ ਨਿੰਦਾ ਕਰਨ ਲਈ ਕਿਹਾ। ਢੀਂਗਰਾ ਦੇ 2 ਭਰਾ ਭਜਨ ਲਾਲ ਅਤੇ ਬਿਹਾਰੀ ਲਾਲ ਵੀ ਲੰਡਨ ਵਿੱਚ ਸਨ ਅਤੇ ਉਹਨਾਂ ਨੇ ਵੀ ਆਪਣੇ ਭਰਾ ਨਾਲ ਸਾਰੇ ਸੰਬੰਧਾਂ ਨੂੰ ਤੋੜਨ ਲਈ ਆਪਣੇ ਪਿਤਾ ਦੀ ਪਹਿਲਕਦਮੀ ਦਾ ਸਮਰਥਨ ਕੀਤਾ। 10 ਜੁਲਾਈ ਨੂੰ ਢੀਂਗਰਾ ਦੇ ਮੁਕੱਦਮੇ ਦੀ ਸ਼ੁਰੂਆਤ ਹੋਈ ਤੇ ਇਸ ਮੌਕੇ ਤੇ ਪੁਲਿਸ ਕਮਿਸ਼ਨਰ ਸਰ ਐਡਵਰਡ ਰਿਚਰਡ ਹੈਨਰੀ ਸਮੇਤ ਕਈ ਵੱਡੇ ਅਫਸਰ ਮੌਜੂਦ ਸੀ।
ਜੱਜ ਨੇ ਜਦੋਂ ਢੀਂਗਰਾ ਨੂੰ ਪੁੱਛਿਆ ਕਿ ਉਹ ਆਪਣੇ ਖਿਲਾਫ ਦਰਜ ਮੁਕੱਦਮੇ ਦੇ ਜਵਾਬ ਵਿੱਚ ਕੁਝ ਕਹਿਣਾ ਚਾਹੁੰਦੇ ਨੇ ਤਾਂ ਮਦਨ ਲਾਲ ਨੇ ਕਿਹਾ ਕਿ ਉਹ ਸਾਰੇ ਗਵਾਹਾਂ ਨਾਲ ਸਹਿਮਤ ਨੇ। ਆਪਣੇ ਪੱਖ ਵਿੱਚ ਉਹ ਕੋਈ ਸਬੂਤ ਨਹੀਂ ਦੇਣਾ ਚਾਹੁੰਦੇ, ਪਰ ਉਹ ਆਪਣਾ ਬਿਆਨ ਜ਼ਰੂਰ ਪੜ੍ਹਨਾ ਚਾਹੁੰਦੇ ਨੇ। ਮਦਨ ਲਾਲ ਢੀਂਗਰਾ ਦਾ ਇਤਿਹਾਸਿਕ ਬਿਆਨ ਕੁਝ ਇਸ ਤਰ੍ਹਾਂ ਹੈ। ਮੈਂ ਆਪਣੇ ਬਚਾਅ ਵਿੱਚ ਆਪਣੇ ਕੰਮਾਂ ਨੂੰ ਜਾਇਜ਼ ਠਹਿਰਾਉਣ ਤੋਂ ਇਲਾਵਾ ਕੁਝ ਨਹੀਂ ਕਹਿਣਾ ਚਾਹੁੰਦਾ। ਮੇਰੇ ਲਈ ਅੰਗਰੇਜ਼ੀ ਕਾਨੂੰਨ ਦੀ ਕਿਸੇ ਵੀ ਅਦਾਲਤ ਨੂੰ ਮੈਨੂੰ ਗ੍ਰਿਫਤਾਰ ਕਰਨ ਜਾਂ ਨਜ਼ਰਬੰਦ ਕਰਨ ਜਾਂ ਮੈਨੂੰ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ। ਇਸ ਲਈ ਮੇਰੇ ਕੋਲ ਮੇਰਾ ਬਚਾਅ ਕਰਨ ਦੇ ਲਈ ਕੋਈ ਵਕੀਲ ਨਹੀਂ ਹੈ ਅਤੇ ਮੈਂ ਯਕੀਨ ਦੇ ਨਾਲ ਕਹਿਣਾ ਚਾਹੁੰਦਾ ਕਿ ਜੇਕਰ ਜਰਮਨਸ ਦੇ ਇਸ ਦੇਸ਼ ਤੇ ਕਬਜ਼ਾ ਕਰਨ ਤੇ ਕਿਸੇ ਅੰਗਰੇਜ਼ ਲਈ ਲੜਨਾ ਦੇਸ਼ ਭਗਤੀ ਹੈ ਤਾਂ ਮੇਰੇ ਮਾਮਲੇ 'ਚ ਅੰਗਰੇਜ਼ਾਂ ਦੇ ਵਿਰੁੱਧ ਲੜਨਾ ਵਧੇਰੇ ਜਾਇਜ਼ ਹੈ ਅਤੇ ਦੇਸ਼ ਭਗਤੀ ਵਾਲੀ ਗੱਲ ਹੈ। ਮੈਂ ਦੁਹਰਾਉਂਦਾ ਕਿ ਪਿਛਲੇ 50 ਸਾਲਾਂ ਦੌਰਾਨ ਅੰਗਰੇਜ਼ 80 ਮਿਲੀਅਨ ਭਾਰਤੀਆਂ ਦੀ ਮੌਤ ਦੇ ਲਈ ਜ਼ਿੰਮੇਵਾਰ ਨੇ ਤੇ ਹਰ ਸਾਲ ਉਹ 100 ਮਿਲੀਅਨ ਪਾਉਂਡ ਭਾਰਤ ਤੋਂ ਇਸ ਦੇਸ਼ ਦੇ ਵਿੱਚ ਲਿਆਉਂਦੇ ਨੇ। ਮੈਂ ਉਹਨਾਂ ਨੂੰ ਸਾਡੇ ਦੇਸ਼ ਭਗਤ ਦੇਸ਼-ਵਾਸੀਆਂ ਨੂੰ ਫਾਂਸੀ ਅਤੇ ਬਾਹਰ ਕੱਢਣ ਲਈ ਵੀ ਜ਼ਿੰਮੇਵਾਰ ਠਹਿਰਾਉਣਾ, ਜਿਨ੍ਹਾਂ ਨੇ ਉਹ ਕੀਤਾ ਜੋ ਅੰਗਰੇਜ਼ਾਂ ਨੇ ਆਪਣੇ ਦੇਸ਼-ਵਾਸੀਆਂ ਨੂੰ ਕਰਨ ਦੇ ਲਈ ਕਿਹਾ ਸੀ। ਅਤੇ ਜਿਹੜਾ ਅੰਗਰੇਜ਼ ਭਾਰਤ ਜਾ ਕੇ ਲਗਭਗ 100 ਪਾਉਂਡ ਪ੍ਰਤੀ ਮਹੀਨਾ ਤਨਖਾਹ ਲੈਂਦਾ ਹੈ, ਉਸ ਦਾ ਮਤਲਬ ਹੈ ਕਿ ਉਹ ਮੇਰੇ 1000 ਗਰੀਬ ਦੇਸ਼-ਵਾਸੀਆਂ ਦੀ ਮੌਤ ਦਾ ਹੁਕਮ ਦਿੰਦਾ ਹੈ, ਕਿਉਂਕਿ 1000 ਲੋਕ ਆਸਾਨੀ ਦੇ ਨਾਲ 100 ਪਾਉਂਡ ਤੇ ਗੁਜ਼ਾਰਾ ਕਰ ਸਕਦੇ ਨੇ, ਜੋ ਪੈਸਾ ਇੱਕ ਅੰਗਰੇਜ਼ ਫਜ਼ੂਲ ਦੇ ਕੰਮਾਂ ਅਤੇ ਨਸ਼ਿਆਂ ਦੇ ਵਿੱਚ ਖਰਚ ਕਰਦਾ ਹੈ। ਜਿਸ ਤਰ੍ਹਾਂ ਜਰਮਨਸ ਨੂੰ ਇਸ ਦੇਸ਼ ਤੇ ਕਬਜ਼ਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਉਸੇ ਤਰ੍ਹਾਂ ਅੰਗਰੇਜ਼ਾਂ ਨੂੰ ਭਾਰਤ ਦੇ ਉੱਤੇ ਕਬਜ਼ਾ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਹੈ ਤੇ ਸਾਡੀ ਪਵਿੱਤਰ ਧਰਤੀ ਨੂੰ ਪਲੀਤ ਕਰਨ ਵਾਲੇ ਅੰਗਰੇਜ਼ਾਂ ਨੂੰ ਮਾਰਨ ਦਾ ਸਾਨੂੰ ਪੂਰਾ ਅਧਿਕਾਰ ਹੈ। ਮੈਂ ਬਰਤਾਨਵੀ ਲੋਕਾਂ ਦੇ ਪਖੰਡ ਦੋਗਲੇਪਨ ਤੇ ਹੈਰਾਨ ਹਾਂ। ਕਾਂਗੋ ਦੇ ਲੋਕਾਂ ਤੇ ਰੂਸ ਦੇ ਲੋਕਾਂ ਦੇ ਸੰਬੰਧ ਦੇ ਵਿੱਚ ਉਹ ਦੱਬੀ ਕੁਚਲੀ ਮਨੁੱਖਤਾ ਦਾ ਮਸੀਹਾ ਹੋਣ ਦਾ ਦਾਅਵਾ ਕਰਦਾ ਹੈ, ਪਰ ਜਦੋਂ ਗੱਲ ਭਾਰਤ ਦੇ ਲੋਕਾਂ ਦੇ ਭਿਆਨਕ ਸ਼ੋਸ਼ਣ ਅਤੇ ਭਿਆਨਕ ਅਤਿਆਚਾਰਾਂ ਦੀ ਆਉਂਦੀ ਹੈ, ਮਿਸਾਲ ਦੇ ਤੌਰ ਤੇ ਹਰ ਸਾਲ ਅੰਗਰੇਜ਼ 20 ਲੱਖ ਲੋਕਾਂ ਨੂੰ ਮਾਰਦੇ ਨੇ ਤੇ ਸਾਡੀਆਂ ਔਰਤਾਂ ਤੇ ਜ਼ੁਲਮ ਕਰਦੇ ਆ, ਫਿਰ ਉਹਨਾਂ ਦੀਆਂ ਜ਼ੁਬਾਨਾਂ ਢੰਗੀਆਂ ਜਾਂਦੀਆਂ ਨੇ। ਜੇਕਰ ਇਸ ਦੇਸ਼ ਤੇ ਜਰਮਨਸ ਦਾ ਕਬਜ਼ਾ ਹੋ ਜਾਵੇ ਤੇ ਕੋਈ ਅੰਗਰੇਜ਼ ਨੌਜਵਾਨ ਜਰਮਨਸ ਨੂੰ ਜਿੱਤਣ ਵਾਲਿਆਂ ਦੀ ਬੇਇੱਜ਼ਤੀ ਨਾਲ ਲੰਡਨ ਦੀਆਂ ਸੜਕਾਂ ਤੇ ਘੁੰਮਦਾ ਵੇਖੇ ਤੇ ਜੇਕਰ ਉਹ 1 ਜਾਂ 2 ਜਰਮਨਸ ਨੂੰ ਮਾਰ ਦਿੰਦਾ ਹੈ ਤਾਂ ਉਸ ਅੰਗਰੇਜ਼ ਨੌਜਵਾਨ ਨੂੰ ਇੱਥੋਂ ਦੇ ਲੋਕ ਦੇਸ਼ ਭਗਤ ਸਮਝਣਗੇ। ਉਸੇ ਤਰ੍ਹਾਂ ਮੈਂ ਆਪਣੀ ਮਾਤ ਭੂਮੀ ਦੀ ਆਜ਼ਾਦੀ ਦੇ ਲਈ ਤਿਆਰ ਹਾਂ। ਅਦਾਲਤ ਦੇ ਸਾਹਮਣੇ ਇਸ ਚਿੱਠੀ ਤੋਂ ਹੋਰ ਕੀ ਕਹਿ ਸਕਦਾ। ਮੈਂ ਆਪਣਾ ਇਹ ਬਿਆਨ ਕੋਈ ਮਾਫੀ ਮੰਗਣ ਲਈ ਨਹੀਂ ਦਿੱਤਾ। ਮੇਰੀ ਇੱਛਾ ਹੈ ਕਿ ਬ੍ਰਿਟਿਸ਼ ਲੋਕ ਮੈਨੂੰ ਮੌਤ ਦੀ ਸਜ਼ਾ ਦੇਣ, ਜਿਸ ਦੇ ਨਾਲ ਮੇਰੇ ਦੇਸ਼ ਵਾਸੀਆਂ ਦੇ ਵਿੱਚ ਬਦਲਾ ਲੈਣ ਦੀ ਭਾਵਨਾ ਹੋਰ ਤੇਜ਼ ਹੋ ਜਾਏਗੀ। ਮੈਂ ਇਸ ਬਿਆਨ ਨੂੰ ਬਾਕੀ ਦੁਨੀਆ, ਖਾਸ ਕਰਕੇ ਅਮਰੀਕਾ ਤੇ ਜਰਮਨੀ ਨਾਲ ਆਪਣੇ ਮਕਸਦ ਦੇ ਲਈ ਨਿਆਂ ਦੇ ਰੂਪ 'ਚ ਸਾਂਝਾ ਕਰ ਰਿਹਾ। ਇਸ ਬਿਆਨ ਤੋਂ ਬਾਅਦ ਅਦਾਲਤ ਵਿੱਚ ਚੁੱਪ ਛਾ ਗਈ ਅਤੇ ਕਮਰੇ ਵਿੱਚ ਸੰਨਾਟਾ ਫੈਲ ਗਿਆ। ਇੱਕ ਵਾਰ ਫਿਰ ਕਾਨੂੰਨੀ ਸਹਾਇਤਾ ਲਈ ਪੁੱਛੇ ਜਾਣ ਤੇ ਗੁੱਸੇ ਵਿੱਚ ਆਏ ਢੀਂਗਰਾ ਨੇ ਕਿਹਾ, ਮੈਂ ਤੁਹਾਨੂੰ ਕਈ ਵਾਰ ਕਿਹਾ ਹੈ ਕਿ ਮੈਂ ਇਸ ਅਦਾਲਤ ਦੇ ਅਧਿਕਾਰ ਨੂੰ ਸਵੀਕਾਰ ਨਹੀਂ ਕਰਦਾ। ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਤੁਸੀਂ ਮੈਨੂੰ ਮੌਤ ਦੀ ਸਜ਼ਾ ਦੇ ਸਕਦੇ ਹੋ, ਮੈਨੂੰ ਕੋਈ ਪਰਵਾਹ ਨਹੀਂ। ਤੁਸੀਂ ਗੋਰੇ ਸਰਬ ਸ਼ਕਤੀਮਾਨ ਹੋ ਗਏ ਹੋ, ਪਰ ਯਾਦ ਰੱਖੋ ਜਲਦੀ ਸਾਡਾ ਸਮਾਂ ਆਵੇਗਾ ਅਤੇ ਫਿਰ ਅਸੀਂ ਜੋ ਚਾਹੁੰਦੇ ਹਾਂ ਉਹ ਕਰਾਂਗੇ। ਜੱਜ ਨੇ 17 ਅਗਸਤ ਨੂੰ ਢੀਂਗਰਾ ਨੂੰ ਦੋਸ਼ੀ ਮੰਨਦਿਆਂ ਫਾਂਸੀ ਦੀ ਸਜ਼ਾ ਸੁਣਾਈ। ਢੀਂਗਰਾ ਨੂੰ ਪੈਂਟਵਿਲੇ ਜੇਲ੍ਹ ਵਿੱਚ ਰੱਖਿਆ ਗਿਆ ਸੀ, ਜਿੱਥੇ 22 ਜੁਲਾਈ ਨੂੰ ਵਿਨਾਇਕ ਉਹਨਾਂ ਨੂੰ ਮਿਲਣ ਗਏ, ਪਰ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਸੀ। ਪਰ ਵਿਨਾਇਕ ਢੀਂਗਰਾ ਦੇ ਨਾਲ ਸਨ। ਇਸ ਭਾਵੁਕ ਮੁਲਾਕਾਤ ਦੇ ਦੌਰਾਨ ਦੋਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਕਹਿੰਦੇ ਨੇ ਕਿ ਵਿਨਾਇਕ ਨੇ ਢੀਂਗਰਾ ਨੂੰ ਕਿਹਾ ਸੀ ਕਿ ਮੈਂ ਇੱਕ ਮਹਾਨ ਦੇਸ਼ ਭਗਤ ਅਤੇ ਸ਼ਹੀਦ ਦੇ ਦਰਸ਼ਨ ਲਈ ਆਇਆ ਹਾਂ। ਤੁਹਾਨੂੰ ਅੱਜ ਦੱਸ ਦਈਏ ਕਿ ਢੀਂਗਰਾ ਅਦਾਲਤ ਵਿੱਚ ਇੱਕ ਹੋਰ ਬਿਆਨ ਪੜ੍ਹਨਾ ਚਾਹੁੰਦੇ ਸੀ, ਪਰ ਪੁਲਿਸ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ। ਬਿਆਨ ਦੀ ਕਾਪੀ ਵਿਨਾਇਕ ਅਤੇ ਉਹਨਾਂ ਦੇ ਸਾਥੀ ਦੇ ਹੱਥ ਲੱਗ ਚੁੱਕੀ ਸੀ। ਉਹਨਾਂ ਨੇ ਫੈਸਲਾ ਕੀਤਾ ਕਿ ਢੀਂਗਰਾ ਨੂੰ ਸਭ ਤੋਂ ਉੱਤਮ ਸ਼ਰਧਾਂਜਲੀ ਉਹਨਾਂ ਦੇ ਦੂਜੇ ਬਿਆਨ ਨੂੰ ਪ੍ਰਕਾਸ਼ਿਤ ਕਰਕੇ ਦੇ ਸਕਦੇ ਹਾਂ। ਵਿਨਾਇਕ ਨੇ ਡੇਲੀ ਨਿਊਜ਼ ਵਿੱਚ ਕੰਮ ਕਰਨ ਵਾਲੇ ਇੱਕ ਮਿੱਤਰ ਡੇਵਿਡ ਗਾਰਨੇਟ ਨੂੰ ਇਸ ਬਿਆਨ ਨੂੰ ਪ੍ਰਕਾਸ਼ਿਤ ਕਰਵਾਉਣ ਬਾਰੇ ਪੁੱਛਿਆ, ਕਿਉਂਕਿ ਲੰਡਨ ਦਾ ਕੋਈ ਵੀ ਅਖਬਾਰ ਇਸ ਬਿਆਨ ਨੂੰ ਛਾਪਣ ਲਈ ਤਿਆਰ ਨਹੀਂ ਸੀ। ਗਾਰਨੇਟ ਨੇ ਇਹ ਬਿਆਨ ਆਪਣੇ ਬੌਸ ਰੌਬਰਟ ਲਿੰਡ ਨੂੰ ਦਿੱਤਾ, ਜੋ ਢੀਂਗਰਾ ਦੀ ਫਾਂਸੀ ਤੋਂ ਇੱਕ ਦਿਨ ਪਹਿਲਾਂ 16 ਅਗਸਤ ਨੂੰ ਵਿਸ਼ੇਸ਼ ਸਕੂਪ ਪ੍ਰਕਾਸ਼ਿਤ ਕਰਨ ਲਈ ਸਹਿਮਤ ਹੋ ਗਿਆ ਸੀ। ਚੁਣੌਤੀ ਸਿਰਲੇਖ ਵਿੱਚ ਢੀਂਗਰਾ ਦੇ ਬਿਆਨ ਤੋਂ ਪਹਿਲਾਂ ਪ੍ਰਸਤਾਵਨਾ ਦੇ ਤੌਰ ਤੇ ਸੰਪਾਦਕ ਦਾ ਇੱਕ ਨੋਟ ਵੀ ਲਿਖਿਆ ਗਿਆ ਸੀ। ਇੱਕ ਕਾਪੀ ਸਾਡੇ ਹੱਥ ਲੱਗੀ ਹੈ ਜੋ ਢੀਂਗਰਾ ਨੇ ਕਤਲ ਤੋਂ ਪਹਿਲਾਂ ਲਿਖੀ ਸੀ, ਤਾਂ ਜੋ ਉਸ ਨੂੰ ਇਸ ਤਰ੍ਹਾਂ ਪੜ੍ਹਿਆ ਜਾ ਸਕੇ ਕਿ ਘਟਨਾ ਤੋਂ ਬਾਅਦ ਲਿਖੀ ਗਈ ਹੈ। ਮੁਕੱਦਮੇ ਦੌਰਾਨ ਕੈਦੀ ਨੇ ਇਸ ਦਸਤਾਵੇਜ਼ ਦਾ ਹਵਾਲਾ ਦਿੱਤਾ, ਪਰ ਇਸ ਨੂੰ ਲੋਕਾਂ ਦੇ ਸਾਹਮਣੇ ਨਹੀਂ ਲਿਆਂਦਾ ਗਿਆ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਦੀ ਕਾਪੀ ਕੁਝ ਸਮੇਂ ਤੋਂ ਢੀਂਗਰਾ ਦੇ ਸਾਥੀਆਂ ਕੋਲ ਸੀ।
ਇਹ ਬਿਆਨ ਇਸ ਪ੍ਰਕਾਰ ਹੈ। ਮੈਂ ਉਸ ਦਿਨ ਮੰਨਿਆ ਕਿ ਮੈਂ ਦੇਸ਼ ਭਗਤ ਭਾਰਤੀ ਨੌਜਵਾਨਾਂ ਨੂੰ ਬਾਹਰ ਕੱਢਣ ਅਤੇ ਭਿਆਨਕ ਫਾਂਸੀ ਦੇ ਬਦਲੇ ਦੇ ਵਜੋਂ ਬ੍ਰਿਟਿਸ਼ ਖੂਨ ਬਹਾਉਣ ਦੀ ਕੋਸ਼ਿਸ਼ ਕੀਤੀ ਸੀ। ਮੇਰਾ ਮੰਨਣਾ ਹੈ ਕਿ ਵਿਦੇਸ਼ੀ ਬੰਦੂਕਾਂ ਦੇ ਜ਼ੋਰ ਨਾਲ ਗੁਲਾਮ ਦੇਸ਼ ਹਮੇਸ਼ਾ ਜੰਗ ਦੇ ਹਾਲਾਤਾਂ ਦੇ ਵਿੱਚ ਰਹਿੰਦਾ ਹੈ, ਕਿਉਂਕਿ ਨਿਹੱਥੇ ਲੋਕਾਂ ਨੂੰ ਖੁੱਲ੍ਹੇਆਮ ਲੜਨ ਦੇ ਲਈ ਮਜਬੂਰ ਨਹੀਂ ਕੀਤਾ ਜਾਂਦਾ। ਮੈਂ ਅਚਾਨਕ ਹਮਲਾ ਕੀਤਾ ਕਿਉਂਕਿ ਮੈਨੂੰ ਵੱਡੀਆਂ ਬੰਦੂਕਾਂ ਦੀ ਇਜਾਜ਼ਤ ਨਹੀਂ ਸੀ। ਮੈਂ ਆਪਣੀ ਪਿਸਤੌਲ ਕੱਢ ਲਈ ਤੇ ਗੋਲੀ ਚਲਾ ਦਿੱਤੀ। ਇੱਕ ਹਿੰਦੂ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਮੇਰੇ ਦੇਸ਼ ਨਾਲ ਦੁਰਵਿਵਹਾਰ ਕਰਨਾ ਰੱਬ ਦਾ ਨਿਰਾਦਰ ਕਰਨਾ ਹੈ। ਮੇਰੀ ਸਿਹਤ ਬੌਧਿਕ ਤੌਰ ਤੇ ਖਰਾਬ ਹੋਣ ਕਾਰਨ ਮੇਰੇ ਕੋਲ ਆਪਣੀ ਮਾਂ ਨੂੰ ਭੇਟ ਕਰਨ ਲਈ ਆਪਣੇ ਖੂਨ ਤੋਂ ਇਲਾਵਾ ਹੋਰ ਕੁਝ ਨਹੀਂ ਸੀ, ਇਸ ਲਈ ਮੈਂ ਇਹ ਉਸ ਦੇ ਦਰਵਾਜ਼ੇ ਤੇ ਭੇਟ ਕੀਤਾ। ਮੇਰੀ ਮਾਂ ਦਾ ਟੀਚਾ ਭਗਵਾਨ ਰਾਮ ਦਾ ਟੀਚਾ ਹੈ ਤੇ ਉਸ ਦੀ ਸੇਵਾ ਭਗਵਾਨ ਕ੍ਰਿਸ਼ਨ ਦੀ ਸੇਵਾ ਹੈ। ਭਾਰਤ ਅਤੇ ਇੰਗਲੈਂਡ ਵਿਚਕਾਰ ਆਜ਼ਾਦੀ ਦੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਿੰਦੂ ਅਤੇ ਅੰਗਰੇਜ਼ੀ ਨਸਲਾਂ ਮੌਜੂਦ ਨੇ, ਜੇ ਮੌਜੂਦਾ ਗੈਰ ਕੁਦਰਤੀ ਰਿਸ਼ਤੇ ਨੂੰ ਰੋਕਿਆ ਨਹੀਂ ਗਿਆ। ਹੁਣ ਭਾਰਤ ਦੇ ਵਿੱਚ ਸਿੱਖਣ ਦਾ ਇੱਕੋ ਇੱਕ ਸਬਕ ਹੈ ਕਿ ਮਰਨਾ ਕਿਵੇਂ ਹੈ, ਤੇ ਇਸ ਨੂੰ ਸਿਖਾਉਣ ਦਾ ਇੱਕੋ ਇੱਕ ਤਰੀਕਾ ਹੈ ਖੁਦ ਮਰ ਕੇ ਦਿਖਾਉਣਾ। ਇਸ ਲਈ ਮੈਂ ਮਰ ਰਿਹਾ ਤੇ ਮੈਂ ਚਾਹੁੰਦਾ ਕਿ ਮੇਰੀ ਸ਼ਹਾਦਤ ਦਾ ਮਾਣ ਬਣਿਆ ਰਹੇ। ਮੇਰੀ ਪ੍ਰਮਾਤਮਾ ਅੱਗੇ ਇੱਕੋ ਹੀ ਅਰਦਾਸ ਹੈ, ਮੈਂ ਇਸ ਮਾਤਾ ਦੇ ਘਰ ਜਨਮ ਲਵਾਂ ਤੇ ਇਸ ਪਵਿੱਤਰ ਟੀਚੇ ਦੇ ਨਾਮ ਤੇ ਦੁਬਾਰਾ ਮਰਾਂ ਜਦੋਂ ਤੱਕ ਇਹ ਟੀਚਾ ਪੂਰਾ ਨਹੀਂ ਹੁੰਦਾ ਤੇ ਮਾਤਾ ਮਨੁੱਖਤਾ ਦੇ ਭਲੇ ਤੇ ਪ੍ਰਮਾਤਮਾ ਦੀ ਮਹਿਮਾ ਲਈ ਆਜ਼ਾਦ ਦਿਖਾਈ ਨਹੀਂ ਦਿੰਦੀ। ਵੰਦੇ ਮਾਤਰਮ। 17 ਅਗਸਤ ਦੀ ਸਵੇਰ ਨੂੰ ਪੈਂਟਨਵਿਲੇ ਜੇਲ੍ਹ ਦੇ ਬਾਹਰ ਬਹੁਤ ਸਾਰੇ ਲੋਕ ਹਾਜ਼ਰ ਸਨ। 9 ਵਜਦਿਆਂ ਹੀ ਢੀਂਗਰਾ ਨੇ ਪੂਰੇ ਆਤਮ ਵਿਸ਼ਵਾਸ ਦੇ ਨਾਲ ਮੌਤ ਨੂੰ ਜੱਫੀ ਪਾ ਲਈ। ਉਹਨਾਂ ਦਾ ਮੰਨਣਾ ਸੀ ਕਿ ਉਹਨਾਂ ਦੀ ਸ਼ਹਾਦਤ ਭਾਰਤ ਦੇ ਵਿੱਚ ਉਹਨਾਂ ਵਰਗੇ ਹਜ਼ਾਰਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ। ਢੀਂਗਰਾ ਦੀ ਅੰਤਮ ਇੱਛਾ ਦੇ ਬਾਵਜੂਦ ਬ੍ਰਿਟਿਸ਼ ਸਰਕਾਰ ਨੇ ਧੋਖਾ ਕਰਦਿਆਂ ਅੰਤਮ ਸੰਸਕਾਰ ਦੇ ਲਈ ਦੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਆਮ ਚਲਨ ਦੇ ਮੁਤਾਬਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਦਫਨਾ ਦਿੱਤਾ। ਦਹਾਕਿਆਂ ਬਾਅਦ ਫਿਰ 1976 ਵਿੱਚ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਤਤਕਾਲੀ ਭਾਰਤ ਸਰਕਾਰ ਢੀਂਗਰਾ ਦੇ ਫੁੱਲਾਂ ਨੂੰ ਉਹਨਾਂ ਦੇ ਸਵਦੇਸ਼ ਅੰਮ੍ਰਿਤਸਰ ਲੈ ਕੇ ਆਈ। ਬਹੁਤ ਹੀ ਖੁਸ਼ਕਿਸਮਤ ਹੈ ਅੰਮ੍ਰਿਤਸਰ ਨਗਰੀ, ਜਿਸ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਇਸ ਦੇ 2 ਸਪੂਤਾਂ ਨੇ ਇੰਗਲੈਂਡ ਵਿੱਚ ਜਾ ਕੇ ਅੰਗਰੇਜ਼ਾਂ ਦੀ ਹੱਤਿਆ ਕਰਕੇ ਆਜ਼ਾਦੀ ਦੀ ਚਿੰਗਾਰੀ ਸੁਲਗਾਈ। ਲੰਡਨ ਦੀ ਪਹਿਲੀ ਗੋਲੀ ਢੀਂਗਰਾ ਨੇ ਚਲਾਈ ਸੀ ਤੇ ਫਿਰ ਕੁਝ ਸਾਲਾਂ ਬਾਅਦ ਅੰਮ੍ਰਿਤਸਰ ਦੇ ਦੂਜੇ ਸਪੂਤ ਊਧਮ ਸਿੰਘ ਨੇ ਆਜ਼ਾਦੀ ਦੀ ਲੜਾਈ ਨੂੰ ਅੱਗੇ ਵਧਾਇਆ। ਭਾਰਤ ਮਾਤਾ ਕੀ ਜੈ। ਵਤਨਾਂ ਦੇ ਸਿਰ ਤੇ ਰਹਿੰਦਾ ਏ ਹਰਦਮ ਅਹਿਸਾਨ ਸ਼ਹੀਦਾਂ ਦਾ।